ਐਡਜਸਟਮੈਂਟ ਵਾਲਾ ਵੀ ਮਸਲਾ ਹੀ ਜ਼ਿਮੀਂਦਾਰਾਂ ਨੂੰ ਆਉਂਦਾ ਹੈ ਵੀ ਅਸੀਂ ਇੱਥੋਂ ਐਡਜਸਟ ਕਰਦੇ ਹਾਂ ਪਹਿਲੇ ਉਹ ਆਂਦੇ ਹਨ ਕਿ ਘੁਮਾ ਕੇ ਕਰ ਲੋ ਐਡਜਸਟ ਐਰ ਕਰਨ ਦਿੱਤੇ ਨੰਬਰ ਲਾ ਦਿੱਤੇ ਤੇ ਨੰਬਰ ਜਿਹੜੇ ਨਾ ਵੇਖ ਲੋ ਉਹਨਾਂ ਬਾਹਰ ਆਉਂਦਾ ਤੇ ਉਨੀ ਗਰਾਰੀ ਅੰਦਰ ਆ ਜਾਂਦੀ ਤੇ ਇੱਥੋਂ ਜਰਾ ਸੈਟਅਪ ਅੱਛਾ ਬਣ ਜਾਂਦਾ ਤੇ ਇਹ ਨੰਬਰਾਂ ਦੇ ਪੂਰਾ ਉਤਰਦਾ ਕਿ ਨਹੀਂ? ਨਹੀਂ ਨੰਬਰਾਂ ਦੇ ਪੂਰਾ ਨਹੀਂ ਉਤਰਦਾ, ਅਜੇ ਵੀ ਨਹੀਂ ਉਤਰ ਰਿਹਾ। ਨਹੀਂ ਬਕਾਇਦਾ ਉਹਨਾਂ ਨੇ ਲਿਖ ਕੇ ਦੇ ਦਿੱਤਾ ਹੈ ਕਿ ਜੀ ਪੱਕੇ ਨੰਬਰ ਨਹੀਂ ਹੈਗੇ। ਅੱਛਾ ਜੀ। ਤੇ ਆਪਣੇ ਅੰਦਾਜ਼ੇ ਨਾਲ ਬਣਾਏ, ਅੰਦਾਜ਼ੇ ਮੁਤਾਬਕ ਹਾਂ ਨੰਬਰ ਦਿੱਤੇ ਹਨ, ਯਾਨੀ ਕਿ ਉਹ ਵੀ ਫੇਰ ਆਪਣਾ ਅੰਦਾਜ਼ਾ ਹੀ ਜੁਗਾੜ ਲਾਉਣ ਵਾਲਾ ਹਿਸਾਬ। ਲੇਕਿਨ ਇਹ ਤਬਦੀਲੀ ਅਜੇ ਵੀ ਹੋਣੀ ਚਾਹੀਦੀ ਹੈ। ਇਹ ਪਿਛਲੇ ਸਾਲ ਵੀ ਆਏ ਹਾਂ ਕੰਪਨੀਆਂ ਨੂੰ ਕਿਹਾ ਸੀ ਇੱਕ ਰੂਲਾ ਬ੍ਰੇਕ ਤਬਦੀਲੀ ਲਾਜ਼ਮੀ ਵੀ ਬ੍ਰੇਕ ਹੋ ਜਾਂਦਾ ਸੀ, ਉਹ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ। ਤੇ ਦੂਸਰੇ ਨੰਬਰ ਤੁਹਾਡਾ ਰੂਲਾ ਬ੍ਰੇਕ ਹੁੰਦਾ, ਰੂਲਾ ਨੂੰ ਕਲੀਅਰ ਗਰਾਰੀ ਨਾਲ ਲਾ ਦਿੱਤੀਆਂ ਨੇ ਪਰ ਕਲੀਅਰ ਨਹੀਂ ਹੋਇਆ ਹੈਗਾ ਮਸਲਾ। ਅੱਛਾ ਰੂਲਾ ਤੀਸਰਾ ਉਹਨੇ ਵਜ਼ਨ ਤੋਂ ਵੀ ਮੈਨੇਜ ਕੀਤਾ ਹੈ ਕਿ ਉਹਦੇ 'ਚ ਵਜ਼ਨ ਇੰਨਾ ਹੁੰਦਾ ਸੀ ਕਿ ਟਰੈਕਟਰ ਦੇ 2 ਤੋੜਿਆ ਮਿੱਟੀ ਤੇ ਰੱਖੇ ਸਨ ਫਿਰ ਵੀ ਟਰੈਕਟਰ ਅੱਗੋਂ ਉੱਠਦਾ ਸੀ। ਅੱਛਾ ਜੀ। ਹੁਣ ਤੇ ਅੱਗੇ ਇੱਕ ਥੋੜਾ ਮਿੱਟੀ ਦਾ ਰੱਖਿਆ ਤੇ ਹੁਣ ਟਰੈਕਟਰ ਉੱਠਦਾ ਬਿਲਕੁਲ ਨਹੀਂ ਹੈਗਾ। ਠੀਕ ਹੋ ਗਿਆ। ਤੇ ਤੀਸਰੇ ਨੰਬਰ ਤੇ ਗਰਾਰੀ ਨੇ ਕਾਫੀ ਸੈਟਅਪ ਆਪਣਾ ਚੇਂਜ ਕੀਤਾ। ਵੇਖੋ ਇੱਕ ਇਹਦੇ 'ਚ ਕਮੀ ਫਿਰ ਰੱਖ ਦਿੱਤੀ, ਪਿਛਲੇ ਪਾਸੇ ਸ਼ੀਸ਼ਾ ਲਾ ਦਿੱਤਾ ਗਿਆ ਹੈ ਕਿ ਬੀਜ ਵੇਖ ਲਓ, ਅਗਲੇ ਪਾਸੇ ਖਾਦ ਨੂੰ ਸ਼ੀਸ਼ਾ ਨਹੀਂ ਲਾਇਆ ਗਿਆ ਕਿ ਜਨਾਬ ਖਾਦ ਵੀ ਵੇਖ ਲਓ ਥੱਲੇ ਜਾ ਰਹੀ ਹੈ ਕਿ ਨਹੀਂ ਜਾ ਰਹੀ। अस्सलाम वालेकुम दोस्तों, अपना चैनल पीके यूट्यूब चैनल जी खुश आमदीद दोस्तों। अज असीं मौजूद हाँ जी नारंग मंडी के इलाके दे विच। इसे मकाम दे विच असीं पिछले साल भी आए सां, भाई हुणी साडे नाल मौजूद सी। बाकी तो हर चीज़ वही है पिछले साल वाली, लेकिन आ सानूं सुपर सीटर पिछे चेंज नज़र आया। ये तो भी गलबात करांगे आया कि इन्होंने क्यों सुपर सीटर चेंज किया वा, की वजह बनी है। बाकी दूसरी गल ये पहला साल किवें दा रहा सुपर सीटर, किन्ने % बंदियां ने सुपर सीटर नाल अपनी यानी कि फसल जी तैयार करवाई है, तो यदा फायदा किन्ना वा, तो जो हूँ दूसरा साल चल रहा वो किन्ने % जिमींदार जिहड़े ने सुपर सीडर नाल गंदम की काश्त कर रहे हैं। अस्सलाम वालेकुम जी। वालेकुम सलाम भाईजान की हाल जी, ठीक ठाक हो? अल्लाह दा करम। अच्छा भाईजान पिछले साल असीं इसे मकान से तुहाडे कोल आए सां माशाअल्लाह, बाकी तो हर चीज़ वही है, ट्रैक्टर भी अपना वही है, बंदे भी तुसीं वही हो। हाँ जी। ते सुपर सीडर अज सानूं चेंज नज़र आया वा, असीं आए हैं ये तो ही गलबात करनी है। पहला सानूं ये दसो कैसा रहा पहला साल सुपर सीडर तो ही गंदम काश्त की? पहला साल साडा जबरदस्त रहा माशाअल्लाह, सानू टाइम ही नहीं मिलिया है कि सही विले रह लईए। जबरदस्त सिस्टम रहा साडा, यानी कि पहला साल सी ओदे विच ये सी कि जिमींदार भी नवां ही, बाजार भी नवां सी, कंपनियां भी पहला साल नवां ही ही। हुण दूसरा साल आ गया ते सुपर सीडर दे विच मजीद बेहतरी आई है। कुछ तो जिमींदार ने राय दी कंपनियां नूं, कुछ कंपनियां ने खुद ही अपने सोचा इहदे विच मजीद जिहड़ी जिद्दत लैके आउणी चाहिदी है। बाकी जिमींदार नूं पुछदे पहले साल इन्हां नूं सुपर सीडर दे विच की जिहड़ियां मुश्किलातां आईयां ने, कि आया कि दूसरे साल वो पूरीआं होईयां या नहीं होईयां? भाई जी ने पहले साल तुहानूं किहड़ी मुश्किलातां आईयां है? पहले साल सानूं मुश्किलातां जिहड़ियां आईयां ने वो पहले नंबर ते साडा बीज ब्रेक हो जांदा सी, वो तो उन्होंने क्लीयर कर दिता है। ते दूसरे नंबर ਤੁਹਾਡਾ ਰੂਲਾ ਬ੍ਰੇਕ ਹੁੰਦਾ, ਰੂਲਾ ਨੂੰ ਕਲੀਅਰ ਗਰਾਰੀ ਨਾਲ ਲਾ ਦਿੱਤੀਆਂ ਨੇ ਪਰ ਕਲੀਅਰ ਨਹੀਂ ਹੋਇਆ ਹੈਗਾ ਮਸਲਾ। ਅੱਛਾ ਰੂਲਾ ਤੀਸਰਾ ਉਹਨੇ ਵਜ਼ਨ ਤੋਂ ਵੀ ਮੈਨੇਜ ਕੀਤਾ ਹੈ ਕਿ ਉਹਦੇ 'ਚ ਵਜ਼ਨ ਇੰਨਾ ਹੁੰਦਾ ਸੀ ਕਿ ਟਰੈਕਟਰ ਦੇ 2 ਤੋੜਿਆ ਮਿੱਟੀ ਤੇ ਰੱਖੇ ਸਨ ਫਿਰ ਵੀ ਟਰੈਕਟਰ ਅੱਗੋਂ ਉੱਠਦਾ ਸੀ। ਅੱਛਾ ਜੀ। ਹੁਣ ਤੇ ਅੱਗੇ ਇੱਕ ਥੋੜਾ ਮਿੱਟੀ ਦਾ ਰੱਖਿਆ ਤੇ ਹੁਣ ਟਰੈਕਟਰ ਉੱਠਦਾ ਬਿਲਕੁਲ ਨਹੀਂ ਹੈਗਾ। ਠੀਕ ਹੋ ਗਿਆ। ਤੇ ਤੀਸਰੇ ਨੰਬਰ ਤੇ ਗਰਾਰੀ ਨੇ ਕਾਫੀ ਸੈਟਅਪ ਆਪਣਾ ਚੇਂਜ ਕੀਤਾ। ਵੇਖੋ ਇੱਕ ਇਹਦੇ 'ਚ ਕਮੀ ਫਿਰ ਰੱਖ ਦਿੱਤੀ, ਪਿਛਲੇ ਪਾਸੇ ਸ਼ੀਸ਼ਾ ਲਾ ਦਿੱਤਾ ਗਿਆ ਹੈ ਕਿ ਬੀਜ ਵੇਖ ਲਓ, ਅਗਲੇ ਪਾਸੇ ਖਾਦ ਨੂੰ ਸ਼ੀਸ਼ਾ ਨਹੀਂ ਲਾਇਆ ਗਿਆ ਕਿ ਜਨਾਬ ਖਾਦ ਵੀ ਵੇਖ ਲਓ ਥੱਲੇ ਜਾ ਰਹੀ ਹੈ ਕਿ नहीं जा रही। ਇਹ ਕਮੀਆਂ ਰੱਖੀ ਗਈ ਹੈ, यानी कि कुछ ना कुछ तुहानूं बेहतरी नज़र आई है पिछले साल नालों। हाँ तो बाकी पिछले साल असीं वजन ਨੂੰ ਕਾਫੀ ਉਹਨੇ ਘਟਾਇਆ। ਐਡਜਸਟਮੈਂਟ ਵਾਲਾ ਵੀ ਮਸਲਾ ਹੀ ਜ਼ਿਮੀਂਦਾਰਾਂ ਨੂੰ ਆਉਂਦਾ ਹੈ ਵੀ ਅਸੀਂ ਇੱਥੋਂ ਐਡਜਸਟ ਕਰਦੇ ਹਾਂ। ਪਹਿਲੇ ਉਹ ਆਂਦੇ ਹਨ ਕਿ ਘੁਮਾ ਕੇ ਕਰ ਲੋ ਐਡਜਸਟ ਐਰ ਕਰਨ ਦਿੱਤੇ ਨੰਬਰ ਲਾ ਦਿੱਤੇ ਤੇ ਨੰਬਰ ਜਿਹੜੇ ਨਾ ਵੇਖ ਲਓ ਉਹਨਾਂ ਬਾਹਰ ਆਉਂਦਾ ਤੇ ਉਨੀ ਗਰਾਰੀ ਅੰਦਰ ਆ ਜਾਂਦੀ ਤੇ ਇੱਥੋਂ ਜਰਾ ਸੈਟਅਪ ਅੱਛਾ ਬਣ ਜਾਂਦਾ। ਤੇ ਇਹ ਨੰਬਰਾਂ ਦੇ ਪੂਰਾ ਉਤਰਦਾ ਕਿ ਨਹੀਂ? ਨਹੀਂ ਨੰਬਰਾਂ ਦੇ ਪੂਰਾ ਨਹੀਂ ਉਤਰਦਾ, ਅਜੇ ਵੀ ਨਹੀਂ ਉਤਰ ਰਿਹਾ। ਨਹੀਂ ਨੰਬਰਿੰਗ ਇਹ ਮਸਲਾ ਫੇਰ ਆ ਰਿਹਾ ਜੀ ਸੁਪਰ ਸੀਟਰਾਂ ਦੇ ਵਿੱਚ ਕਿ ਯਾਨੀ ਕਿ ਨੰਬਰਾਂ ਦੇ ਵਿੱਚ ਇਹ ਪੂਰਾ ਉਤਰਨਾ ਚਾਹੀਦਾ। ਇਸੇ ਕਰਕੇ ਆ ਲਾਉਣ ਦਾ ਫਿਰ ਫਾਇਦਾ ਕੀ ਅਗਰ ਇਹਦੇ ਤੇ ਇਸ ਮਿਆਰ ਤੇ ਇਸ ਨੰਬਰਾਂ ਤੇ ਬੀਜ ਜਾਂ ਖਾਦ ਨਹੀਂ ਜ਼ਮੀਨ ਦੇ ਵਿੱਚ ਪੈਣਾ ਫਿਰ ਇਹਨੂੰ ਲਵਾ ਦੇਣ। ਬਕਾਇਦਾ ਉਹਨਾਂ ਨੇ ਲਿਖ ਕੇ ਦੇ ਦਿੱਤਾ ਹੈ ਕਿ ਜੀ ਪੱਕੇ ਨੰਬਰ ਨਹੀਂ ਹੈਗੇ। ਅੱਛਾ ਜੀ। ਤੇ ਆਪਣੇ ਅੰਦਾਜ਼ੇ ਨਾਲ ਬਣਾਏ, ਅੰਦਾਜ਼ੇ ਮੁਤਾਬਕ ਹਾਂ ਨੰਬਰ ਦਿੱਤੇ ਨੇ, ਯਾਨੀ ਕਿ ਉਹ ਵੀ ਫਿਰ ਆਪਣਾ ਅੰਦਾਜ਼ਾ ਹੀ ਜੁਗਾੜ ਲਾਉਣ ਵਾਲਾ ਹਿਸਾਬ। ਲੇਕਿਨ ਇਹ ਤਬਦੀਲੀ ਅਜੇ ਵੀ ਹੋਣੀ ਚਾਹੀਦੀ ਹੈ। ਇਹ ਪਿਛਲੇ ਸਾਲ ਵੀ ਆਏ ਹਾਂ ਕੰਪਨੀਆਂ ਨੂੰ ਕਿਹਾ ਸੀ ਇੱਕ ਰੂਲਾ ਬ੍ਰੇਕ ਤਬਦੀਲੀ ਲਾਜ਼ਮੀ ਕਰੋ, ਕਿਉਂਕਿ ਇਹ ਲਾ ਦਿੱਤਾ ਵੇਖੋ ਕਿੱਡਾ ਵੀਆਈਪੀ ਤਰ੍ਹਾਂ ਕਰਕੇ ਆ ਲਾਇਆ ਉਹਨੇ, ਸਟੀਲ ਦੇ ਲਾਏ ਨੇ। लेकिन ਇਹਦਾ ਕੋਈ ਫੰਕਸ਼ਨ ਐਸਾ ਕਰੋ ਕਿ ਇਹਦੇ ਤੇ ਨੰਬਰਾਂ ਤੇ ਵੀ ਪੂਰਾ ਉਤਰੇ। ਠੀਕ ਹੈ ਜੀ। ਇਹ ਜ਼ਿਮੀਂਦਾਰ ਨੂੰ ਮੁਸ਼ਕਲਾਤ ਪਿਛਲੇ ਸਾਲ ਵੀ ਆਏ ਤੇ ਇਸ ਸਾਲ ਵੀ ਸਟਿਲ ਚੱਲ ਰਹੀ ਹੈ। ਹਾਂਜੀ ਇਹਦੇ ਤੇ ਲਾਜ਼ਮੀ ਸੋਚਣਾ ਚਾਹੀਦਾ। ਬਾਕੀ ਭਾਈਜਨ ਇਹ ਰੂਲੇ ਦਾ ਕੀ ਕਹਿ ਰਹੇ ਜੀ? ਰੂਲਾ ਬ੍ਰੇਕ ਹੋ ਜਾਂਦਾ, ਉਹ ਪਲੇਟ ਉਤੋਂ ਲਾ ਕੇ ਸੁੱਟ ਦਿੱਤੀ ਤੇ ਉੱਤੇ ਕਵਰ ਲੱਗਾ ਹੁੰਦਾ, ਉਹ ਲਾ ਕੇ ਸੁੱਟਦਾ, ਗਰਾਰੀ ਦੇ ਵਿੱਚ ਨਾ ਬੁੱਥੇ ਫਸਦੇ ਨੇ ਤੇ ਰੂਲਾ ਬ੍ਰੇਕ ਹੋ ਜਾਂਦਾ। ਆ ਰੂਲੇ ਉੱਤੇ ਕਵਰ ਹੈ ਉਹ ਵੀ ਲਾ ਦਿੱਤਾ ਹੈ। ਹਾਂਜੀ यानी कि पहला तुहानूं इधर करो जी कैमरा मैन कमी सी ते हुण फिर कमी। ये बंदा जिहड़ा ये नहीं है भी इन्होंने कोई 1 किला या 2 किले ना, ये भाई क्यारे ते काम करते हैं। भाई पिछले साल दिहाड़ी दा तुसीं किन्ने क ला लैंदे, किन्ने क एकड़ तुसीं इहदे नाल करदे हो? सुपर 16-17 एकड़।
24 ਘੰਟੇ ਦਿਹਾੜੀ ਦੇ ਵਿੱਚ 16-17 ਏਕੜ ਕਰਦੇ ਨੇ ਤੇ ਪਿਛਲੇ ਸਾਲ ਤੋਂ ਕਿੰਨੇ ਏਕੜ ਮਤਲਬ ਕੀਤੀ ਕੋਈ ਅੰਦਾਜ਼ਾ ਹੈ? 400 ਪੌਣੇ 400 ਤੇ ਐਰਕਾ ਸਾਲ ਕਿਹਦਾ ਚੱਲ ਰਿਹਾ? ਜ਼ਬਰਦਸਤ ਜਾ ਰਿਹਾ, ਤਕਰੀਬਨ 100 ਏਕੜ ਹੋ ਗਈ। 125 ਏਕੜ ਇਹਨਾਂ ਨੇ ਇਸ ਸਾਲ ਵੀ ਇਸ ਸੁਪਰ ਸੀਡਰ ਦੇ ਨਾਲ ਕਰ ਲਿਆ। ਇਹ ਪੁਰਾਣੇ ਫਾਰਮਰ ਨੇ, ਯਾਨੀ ਕਿ ਸੁਪਰ ਸੀਡਰ ਨੂੰ ਇਹਨਾਂ ਨੇ ਸਿਰਫ ਰੱਖਿਆ ਨਹੀਂ ਹੈ, ਪੂਰਾ ਇਹ ਤੋਂ ਕੰਮ ਲਿਆ। ਹਾਂਜੀ। ਤੇ ਤਜਰਬਾਕਾਰ ਨੇ ਇਹਨਾਂ ਕੋਲ ਆਉਣ ਦਾ ਮਕਸਦ ਇਹ ਦੁਬਾਰਾ ਇਹ ਸੀ ਕਿ ਤੁਹਾਨੂੰ ਪਤਾ ਹੁਣ ਇਹ ਵਜ਼ੀਰ ਵਾਲਾ ਪੰਜਾਬ ਨੇ ਵੀ ਕਿਹਾ ਜੀ ਸੁਪਰ ਸੀਡਰ ਨਾਲ ਗੰਦਮ ਕਾਸ਼ਤ ਕਰੋ, ਯਾਨੀ ਕਿ ਨਾਲ ਤੇ ਮਾਹੌਲ ਵੀ ਜਿਹੜਾ ਲੂਦਾ ਨਹੀਂ ਹੁੰਦਾ, ਜਿਹੜੇ ਆ ਮੂੰਜੀ ਦੇ ਵੱਢ ਨੂੰ ਲਾਉਣੀ ਪੈਂਦੀ ਸੀ, ਯਾਨੀ ਕਿ ਅੱਗ ਉੱਗ ਲਾਉਂਦੇ ਸੀ, ਉਹ ਤੋਂ ਵੀ ਬੱਚਤ ਹੋ ਜਾਂਦੀ ਹੈ। ਤੇ ਇਹਨਾਂ ਕੋਲ ਆਉਣ ਦਾ ਮਕਸਦ ਇਹ ਹੈ ਕਿ ਇਹ ਭਾਈ ਹੁਣ ਦੱਸੋ ਜੀ ਪਿਛਲੇ ਸਾਲ ਜੇ ਤੁਸੀਂ ਗੰਦਮ ਇਹਦੇ ਨਾਲ ਕਾਸ਼ਤ ਕੀਤੀ ਹੈ ਤੇ ਉਹਨਾਂ ਦੀ ਕੀ ਐਵਰੇਜ ਆਈ ਹੈ, ਬਾਕੀ ਅਗਰ ਅਸੀਂ ਜਿਹੜੇ ਇਹਨਾਂ ਨੇ ਦੂਸਰੇ ਹੱਥ ਨਾਲ ਕੀਤੀ ਉਹਦੇ ਨਾਲ ਕੀ ਫਰਕ ਪਿਆ? ਪਿਛਲੇ ਸਾਲ ਆਹ ਗੰਦਮ ਬਿਜਾਈ ਕੀਤੀ ਤਕਰੀਬਨ ਲੋਕ ਜਿਹੜੇ ਸਨ 100 ਦੇ ਵਿੱਚੋਂ 20% ਲੋਕ ਜਿਹੜੇ ਸਨ ਉਹ ਬਿਜਾਈ ਕਰਵਾਉਂਦੇ ਸਨ। ਇਸ ਦਫਾ ਇਹ ਆ ਕਿ 100 ਦੇ ਵਿੱਚੋਂ 80% ਲੋਕ ਜਿਹੜੇ ਨੇ ਨਾ ਗੰਦਮ ਬਿਜਾਈ ਸੁਪਰ ਸੀਡਰ ਨਾਲ ਕਰਾ ਰਹੇ ਨੇ, ਕਿਉਂਕਿ ਪਿਛਲੇ ਸਾਲ ਵੈਸੇ ਹੱਥ ਦੀ ਬਿਜਾਈ ਨਾਲ ਕੀਤੀ ਤਾਂ 40-42 ਮਨ ਦੀ ਐਵਰੇਜ ਆਈ ਹੈ। ਇਹਦੇ ਨਾਲ ਕੀਤੀ ਤਾਂ ਤਕਰੀਬਨ 58 56 57 ਮਨ ਦੀ ਐਵਰੇਜ 10 ਮਨ ਦਾ ਫਰਕ ਪਾ ਰਹੀ ਹੈ। ਤੇ ਹਰ ਬੰਦੇ ਦੀ ਹਸਰਤ ਹੋ ਗਈ, ਨਾਲੇ ਖਰਚਾ ਵੇਚਦੇ ਨੇ, ਕੋਈ ਦਾ ਡਿਸਕਾਂ ਫੇਰੋ, ਸੁਹਾਗਾ ਮਾਰੋ, ਫਿਰ ਉੱਤੇ ਰੂਟਰ ਚਲਾਓ, ਫਿਰ ਸੁਹਾਗਾ ਮਾਰੋ, ਬੀਜ ਖਲਾਰਨਾ ਤੇ ਬੰਦੇ ਲੱਭੋ, ਉਹ ਸਾਰੇ ਚੀਜ਼ਾਂ ਦੀ ਵਜ੍ਹਾ ਤੋਂ ਨਾ ਕਾਫੀ ਬਿਹਤਰੀ ਹੋ ਗਈ। ਕਹਿੰਦੇ ਨੇ ਹਰ ਬੰਦੇ ਤੋਂ ਜਾਨ ਛੱਡ ਜੇ, ਇੱਕ ਬੰਦਾ ਬਿਜਾਈ ਕਰਾ ਕਰਨ ਚਲਾ ਜਾਂਦਾ। ਬਿਜਾਈ ਕਰਾ ਕੇ ਵੇਖੋ ਜੀ ਆ ਬੱਚਤ ਤੇ ਬਹੁਤ ਜ਼ਿਆਦਾ ਹੈ। ਹੁਣ ਵੇਖੋ ਆ ਪੈਲੀ ਹੈ ਬਿਲਕੁਲ, ਆ ਕਿੱਡਾ ਵੱਡਾ ਨਾਰ ਹੈ, ਕੋਈ ਇਹਨਾਂ ਨੇ ਕੁਝ ਨਹੀਂ ਕਰਨਾ, ਇਹਦੇ ਉੱਤੇ ਸਿਰਫ ਸੁਪਰ ਸੀਡਰ ਨਾਲ ਫੇਰਦੇ ਆ। ਤੁਸੀਂ ਨਾਲ ਚੈੱਕ ਕਰਾਓ, ਇਹ ਨਾਲ ਹੀ ਫੇਰ ਦੇਣਾ, ਨਾਲ ਹੀ ਇਹਦੇ ਵਿੱਚ ਇਹ ਚੈੱਕ ਕਰੋ, ਇਹਦੇ ਵਿੱਚ ਨਾਲ ਹੀ ਇਹਦੇ ਵਿੱਚ ਪਿਆ ਜੀ ਖਾਦ ਪਈ ਹੈ, ਬੀਜ ਪਿਆ ਵਿੱਚ, ਆਹ ਚੈੱਕ ਕਰਾਓ ਜੀ, ਖਾਦ ਬੀਜ ਵਿੱਚ ਹੀ ਪਿਆ, ਨਾਲੋਂ ਨਾਲ ਜੀ ਉਹ ਆਪਣੇ ਹਿਸਾਬ ਨਾਲ ਉਹਨਾਂ ਐਡਜਸਟਮੈਂਟ ਕੀਤੀ ਹੈ। ਲੇਕਿਨ ਆ ਸੁਪਰ ਸੀਡਰ ਦੇ ਨਾਲ ਦਾ ਐਡਜਸਟਮੈਂਟ ਨਹੀਂ, ਉਹਨਾਂ ਨੇ ਆਪਣਾ ਅੰਦਾਜ਼ਾ ਹੁਣ ਹੋ ਗਿਆ। ਪਰ ਜਿੰਨਾ ਕਿ ਹੁਣ ਤੁਸੀਂ ਇਹ ਸੁਪਰ ਸੀਡਰ ਲਗਾ ਲਿਆ, ਮੇਰਾ ਖਿਆਲ ਤੁਹਾਨੂੰ ਹੁਣ ਥੋੜਾ ਅੰਦਾਜ਼ਾ ਹੋ ਗਿਆ ਹੋਣਾ ਵੀ ਕਿੰਨੀ ਇਹਦੇ ਵਿੱਚ ਖਾਦ ਤੇ ਕਿੰਨੀ ਕਿਤੇ ਪੈਂਦੀ। ਇਸ ਤਰ੍ਹਾਂ ਹੀ ਉਹ ਕਿਵੇਂ ਤੁਸੀਂ ਹੁਣ ਲਾਉਂਦੇ ਹੋ, ਕੋਈ ਜੁਗਾੜ? ਉਹ ਵੇਖੋ ਨਾ, ਅੰਦਾਜ਼ਾ ਲਾ ਲਈਦਾ ਕਿ ਇੱਥੇ ਗਰਾਰੀ ਇੰਨੀ ਕਰੀ ਤੇ ਇੰਨਾ ਚਲਾ ਜਾਂਦਾ, ਇੰਨੀ ਗਰਾਰੀ ਕਰੀ ਤੇ ਇੰਨਾ ਬੀਜ ਕਰ ਜਾਂਦਾ। ਅੱਛਾ ਗਰਾਰੀ ਦੇ ਅੰਦਾਜ਼ੇ ਨਾਲ ਹਰ ਬੀਜ ਦੀ ਐਡਜਸਟਿੰਗ ਕਰ ਲਈਦੀ। ਠੀਕ ਹੋ ਗਿਆ। ਤੇ ਭਾਈ ਜਾਨ ਇਹ ਨਾਲ ਇਹ ਜੇ ਤਵੇ ਆ, ਇਹ ਸਟੀਲ ਦੇ ਨੇ? ਹਾਂਜੀ, ਸਟੀਲ ਦੇ ਨੇ। ਪਿਛਲੇ ਸਾਲ ਇਹ ਮੇਰੇ ਖਿਆਲ ਲੋਹੇ ਦੇ ਸੀ। ਨਹੀਂ, ਪਿਛਲੇ ਸਾਲ ਵੀ ਸਟੀਲ ਦੇ ਸੀ। ਤੁਸੀਂ ਜਿਹੜਾ ਅਲਕਾਸਮ ਵਾਲਾ ਦਾ ਇਸਤੇਮਾਲ ਕੀਤਾ ਉਹਦਾ ਵਜ਼ਨ ਬਹੁਤ ਜ਼ਿਆਦਾ ਸੀ। ਉਹਦੇ ਵੀ ਆ ਸਟੀਲ ਦੇ? ਉਹਦੇ ਵੀ ਸਟੀਲ ਦੇ ਸਨ। ਉਹਦੇ ਜਿਹੜੇ ਇਹਦੇ ਤੁਹਾਨੂੰ ਕੀ ਫਰਕ ਨਜ਼ਰ ਆਇਆ? ਸਿਰਫ ਵਜ਼ਨ ਦਾ ਹੀ ਫਰਕ ਆਇਆ, ਬਾਕੀ ਅਲਕਾਸਮ ਦੀ ਵੀ ਚੀਜ਼ ਅੱਛੀ ਬਣੀ ਹੈ। ਸਿਰਫ ਵਜ਼ਨ ਤੋਂ ਜ਼ਿਆਦਾ ਹੀ ਦੋਵੇਂ ਚਲਾ ਰਹੇ ਆ ਵੈਸੇ। ਉਹ ਦੂਸਰੇ ਟਰੈਕਟਰ ਪਿੱਛੇ ਚੱਲ ਰਿਹਾ, ਉਹ ਵੀ ਜ਼ਬਰਦਸਤ ਹੈ ਵੈਸੇ, ਉਹਦੀ ਸਗੋਂ ਐਡਜਸਟਿੰਗ ਇਹਦੇ ਨਾਲੋਂ ਅੱਛੀ ਹੈ। ਅੱਛਾ, ਹਾਂ, ਯਾਨੀ ਕਿ ਵਜ਼ਨ ਦੇ ਹਿਸਾਬ ਨਾਲ ਜੀ ਅਲਕਾਸਮ ਵਾਲਿਆਂ ਨੂੰ ਨੰਬਰ ਹੈ ਜਾਂਦਾ, ਸੋਚਣਾ ਚਾਹੀਦਾ। ਉਹ ਇਹ ਤੁਸੀਂ ਮਤਲਬ ਅੱਗੇ ਬੰਪਰ ਵੀ ਨਹੀਂ ਲਾਇਆ ਹੈ, ਕੋਈ ਸ਼ਾਇਦ ਨਹੀਂ, ਤੇ ਫੇਰ ਵੀ ਚਲਾਈ ਜਾਂਦੇ, ਚੁੱਕਿਆ ਨਹੀਂ ਜਾਂਦਾ ਟਰੈਕਟਰ ਦਾ, ਮਾਸਾ ਵੀ ਨਹੀਂ ਚੁੱਕਿਆ ਜਾਂਦਾ। ਮੇਰਾ ਖਿਆਲ ਕੋਈ 20-25 ਕਿਲੋ ਦਾ ਹਿਸਾਬ ਵਜ਼ਨ ਹੋਣਾ ਹੈ ਫਰਕ, ਤਕਰੀਬਨ 4-5 ਮਣ ਦਾ। ਹਾਂ, ਇੰਨਾ ਵਜ਼ਨ ਦਾ ਫਰਕ ਹੋਣਾ। ਵਾਹ ਜੀ ਵਾਹ। ਪਹਿਲਾਂ ਤੁਹਾਨੂੰ ਪਤਾ ਜਿਵੇਂ ਕਿ ਸੁਪਰ ਸੀਡਰ ਇਸਤੇਮਾਲ ਜਿਹੜੇ ਵੀ ਟਰੈਕਟਰ ਜ਼ਿਆਦਾਤਰ 85 ਜਿੰਨਾ ਵੀ ਇਸਤੇਮਾਲ ਕੀਤਾ, ਬੰਪਰ ਲਾਜ਼ਮੀ ਜਾਂ ਵੇਟ ਲਵਾਉਂਦੇ ਸੀ। ਹਾਂਜੀ। ਤੇ ਪਿਛਲੇ ਸਾਲ ਵੀ ਤੁਸੀਂ ਵੇਖਿਆ, ਤੁਸੀਂ 2-3 ਦਿਨ ਤੋੜੇ ਰੱਖੇ ਸੀ ਉਹਦੇ ਅੱਗੇ, ਤੇ ਇਹ ਤੁਸੀਂ ਤੋੜਿਆਂ ਤੋਂ ਬਗੈਰ ਹੀ ਚਲਾਉਣ ਡੇ। ਬਗੈਰ ਹੀ ਤੋੜਾਂ ਚੱਲਣ। ਤੇ ਇਹ ਹੁਣ ਭਾਈਆਂ ਦੱਸੋ ਕਿ ਇਹ ਕੀ ਏਕੜ ਦਾ ਲਾ ਰਹੇ ਹੋ? ਪਿਛਲੇ ਸਾਲ ਕੀ ਰੇਟ ਚੱਲ ਰਿਹਾ ਤੇ ਹੁਣ ਕੀ ਰੇਟ ਚੱਲ ਰਿਹਾ? ਇਹ ਮੁਖਤਲਿਫ ਰੇਟ ਲੈ ਰਿਹਾ ਬਜਾਈ, ਯਾਨੀ ਕਿ ਵੇਖੋ ਨਾ, ਕੋਈ ਵਾਹ ਕੇ ਦੇ ਰਿਹਾ ਉਹਦੇ ਕੋਲ ਥੋੜਾ ਘੱਟ ਕਰ ਲਈਦਾ। 7 ਵੀ ਚੱਲ ਰਿਹਾ, 8 ਵੀ ਚੱਲ ਰਿਹਾ, 9 ਵੀ ਚੱਲ ਰਿਹਾ। ਅੱਛਾ, ਜੇਕਰ ਕੱਪੜ ਚ ਇਸ ਤਰ੍ਹਾਂ ਕਰਾਂਦਾ ਤੇ ਇਸ ਤਰ੍ਹਾਂ 9000 ਰੁਪਏ ਲੈ ਰਹੇ। ਅੱਛਾ, ਆ ਅੱਪੜ ਚ? ਹਾਂਜੀ, ਇਸ ਤਰ੍ਹਾਂ। ਤੇ ਦੂਜਾ ਕਿਹੜੀ ਉਹਦਾ ਕੀ ਹਿਸਾਬ? ਉਹ ਵਾਹ ਕੇ ਦੇ ਦਿੰਦਾ ਤੇ ਫਿਰ ਲੋ ਹਾਈ, ਪਹਿਲੇ ਲੋ ਚ, ਦੂਸਰੇ ਲੋ ਚ, ਤੀਸਰੇ ਲੋ ਚ ਰੇਟ ਦਾ ਫਰਕ ਪੈ ਜਾਂਦਾ। ਤੇ ਇਹ ਕਿਹੜੇ ਗੇਅਰ ਚ ਚਲਾਉਂਦੇ ਹੋ ਹੁਣ? ਇਹ ਪਹਿਲੇ ਲੋ ਚ ਚੱਲ ਰਿਹਾ। ਪਹਿਲੇ ਲੋ ਚ? ਹਾਂ, ਉਹ ਫਿਰ ਰੇਟ ਕਰ ਲਈਦਾ ਤਾਂ ਹਿਸਾਬ ਨਾਲ ਚਲਾ ਲਈਦਾ। ਤੇ ਜੇ ਹੋਰ ਹਾਈ ਕਰ ਦਿਓ ਤੇ ਹਾਈ ਕਰ ਦਿਓ, ਫਿਰ ਰੇਟ ਲੋ ਕਰ ਲਈਦਾ। ਰੇਟ ਲੋ ਕਰ ਦਿੱਤਾ, ਉਹਦੇ ਵਿੱਚ ਪੈਲੀ ਬਣਦੀ ਨਹੀਂ ਨਾ, ਫਿਰ ਕਟਾਈ ਨਹੀਂ ਪੂਰੀ ਹੁੰਦੀ, ਕਤਰਾਈ ਨਹੀਂ ਪੂਰੀ ਹੁੰਦੀ। ਤੇ ਇਹ ਸਾਰਾ ਸਿਸਟਮ ਬਾਕੀ ਲੋ ਦੇ ਵਿੱਚ ਹੀ ਹੈ। ਬਾਕੀ ਤੇ ਹੁਣ ਇੰਡੀਆ ਦੇ ਵਿੱਚ ਤੇ ਹੋਇਆ ਵਾ ਹੋਰ ਲੋ ਆਉਂਦਾ ਇੱਕ ਗੇਅਰ, ਹਾਂਜੀ, ਉਹਦੇ ਵਿੱਚ ਚਲਾਉਂਦੇ ਨੇ। ਸਾਡੇ ਕੋਲ ਟਰੈਕਟਰ ਨਹੀਂ ਨਾ, ਸਾਡੇ ਟਰੈਕਟਰ ਉਹ ਲੋ ਚ ਨਹੀਂ ਨਾ ਹੈ, ਉਹ ਸਾਡੇ ਕੋਲ ਆਪਸ਼ਨ ਨਹੀਂ ਆਇਆ। ਮੈਂ ਦੇਖਿਆ ਇੰਡੀਆ ਦੀ ਵੀਡੀਓ, ਸਾਡੇ ਲੋ ਆਇਆ ਉਹ ਜੀ ਉਹ ਬਿਲਕੁਲ ਲੋ ਹੋ ਜਾਂਦਾ, ਜੂੰ ਦੀ ਤੋੜ ਟਰੈਕਟਰ ਤੁਰਦਾ। ਤੇ ਇਹ ਜਿਹੜੀ ਹੁਣ ਕਤਰਾਈ ਹੋ ਰਹੀ ਨਾ ਇਹਦੇ ਨਾਲ ਵੀ ਡਬਲ ਵਿੱਚ ਇਹ ਤਾਂ ਬਿਲਕੁਲ ਹੀ ਉਹਨੇ ਮੁੰਡਾ ਬਣਾ ਦੇਣੀ। ਹਾਂ, ਇਹਦਾ ਟਾਪੇ ਵੀ ਕਾਫੀ ਪੜ ਰਹੇ ਨੇ, ਯਾਨੀ ਕਿ ਵਜ਼ਨ ਦੀ ਵਜ੍ਹਾ ਤੋਂ ਵਜ਼ਨ ਦੇ ਬਾਰੇ ਮੁਤਲਕ ਸੋਚਣਗੇ ਕੋਈ। ਤੇ ਟਾਪਾ ਮੈਂ ਹਲੇ ਕੋ 100 ਏਕੜ ਮੈਂ ਜ਼ਮੀਨ ਕੀਤੀ ਹਲੇ ਸੁਪਰ ਸੀਡਰ, ਤੇ 2 ਟਾਪੇ ਮੈਂ ਪਾੜ ਚੁੱਕਿਆ। ਹੁਣ ਇੱਕ ਟਾਪਾ 17000 ਰੁਪਏ ਦਾ, ਪਰੇਸ਼ਾਨੀ ਵੱਖਰੀ। 85 ਦਾ? ਹਾਂ, ਇਹਦਾ ਬਹੁਤ ਕਲੇਮ ਹੈ। ਵਜ਼ਨ ਥੋੜਾ ਘਟਾਣਗੇ ਤੇ ਸ਼ਾਇਦ ਟਾਪੇ ਦੀ ਕੋਈ ਬਚਤ ਹੋ ਜਾਏ। ਇਹਦੇ ਬਾਰੇ ਵੀ ਕੋਈ ਮਿਲਤ ਨੂੰ ਵੀ ਥੋੜਾ ਸੋਚਣਾ ਚਾਹੀਦਾ। ਵਜ਼ਨ ਕਿੱਦਾਂ ਘਟਾਉਣਾ? ਸੁਪਰ ਸੀਡਰ ਤਰ੍ਹਾਂ ਬਣਾ ਦਿੱਤਾ। ਹੁਣ ਟਾਪਾ ਇਹਦਾ 2 ਪਾੜ ਛੜੇ ਨੇ। ਹਾਂ, ਵੇਖੋ 100 ਏਕੜ ਜ਼ਮੀਨ ਨਹੀਂ ਕੀਤੀ ਹੈ ਸੁਪਰ ਸੀਡਰ ਤੇ 2 ਟਾਪੇ ਪਾੜ। ਪਿਛਲੇ ਸਾਲ ਕਿੰਨੇ ਪਾੜੇ ਜੀ? ਪਿਛਲੇ ਸਾਲ 1 ਹੀ ਪਾਟਾ ਸੀ ਸਾਡਾ।
ਐਰਕਾ ਦੋ ਪਾੜ ਗਏ ਤੁਸੀਂ ਸੁਪਰ ਸੀਡਰ ਪਿੱਛੇ ਹੌਲਾ ਪਾਇਆ ਫਿਰ ਵੀ 2 ਟਾਪੇ ਪਾੜ ਲਏ। ਹਾਂ 2 ਪਾੜ ਗਏ। ਇਹ ਕੀ ਵਜ੍ਹਾ ਇਹਦਾ ਕੋਈ ਤੁਸੀਂ ਤੁਹਾਨੂੰ ਨਜ਼ਰ ਨਹੀਂ ਆਈ? ਜਿਹਨੂੰ ਪੁੱਛਿਆ ਉਹ ਹੀ ਆਂਦਾ ਬਸ ਪਾੜ ਗਿਆ। ਹੁਣ ਹਾਲਾਂਕਿ ਓਵਰ ਹੋ ਕੇ ਪਾੜ ਜਾਂਦੇ ਸਮਝ ਆਂਦਾ ਜੀ ਓਵਰ ਹੋ ਕੇ ਪਾੜ। ਹੁਣ ਇਹ ਟਰੈਕਟਰ ਜਾ ਰਿਹਾ ਜਾਂਦਾ ਜਾਂਦਾ ਹੀ ਕੜਾਕ ਕਰਕੇ ਪਾੜ ਜਾਂਦਾ। ਵੇਖੋ ਜੀ ਤੁਸੀਂ ਹੁਣ ਤਜਰਬਾਕਾਰ ਡਰਾਈਵਰ ਤੁਹਾਨੂੰ ਤਾਂ ਤਜਰਬਾ ਹੋ ਗਿਆ ਦੂਜਾ ਸਾਲ ਤੁਹਾਨੂੰ ਲੱਗਾ ਸੁਪਰ ਸੀਡਰ ਤੇ ਤਕਰੀਬਨ ਮੇਰਾ ਖਿਆਲ ਹੈ ਤੁਸੀਂ ਜ਼ਿਆਦਾਤਰ ਆਪਣੇ ਇਸ ਇਲਾਕੇ ਦੇ ਵਿੱਚ ਸਭ ਤੋਂ ਸੀਨੀਅਰ ਤੁਸੀਂ ਹੋਵੋਗੇ ਆ ਸੁਪਰ ਸੀਡਰ ਦੇ ਵਿੱਚ। ਹਾਂਜੀ ਤੇ ਐਰਕਾ ਵੀ ਮੈਂ ਹਾਫਿਜ਼ ਸਾਹਿਬ ਦੇ ਚੈਨਲ ਤੇ ਵੀਡੀਓ ਦੇਖੀ ਸੀ ਕਿ ਬਿਲਕੁਲ ਬ੍ਰਾਂਡ ਨਹੀਂ ਉਹਨਾਂ ਨੇ ਆ ਸੁਪਰ ਸੀਡਰ ਮੰਗਵਾਇਆ। ਇਹ ਕਿਵੇਂ ਲਿਆ? ਸਕੀਮ ਚੋਂ ਨਿਕਲਿਆ? ਨਹੀਂ ਇਹ ਮੁੱਲ ਲਿਆ ਸਕੀਮ ਚ ਕਿਸੇ ਦਾ ਨਿਕਲਾ ਤੇ ਕਹਾ ਮੁੱਲ ਲਿਆ। ਤੇ ਪਿਛਲੇ ਸਾਲ ਜਿਹੜਾ ਉਮਰ ਕਾਸਮ ਵਾਲਿਆਂ ਦਾ ਸੀ ਉਹ ਵੀ ਇਸ ਤਰ੍ਹਾਂ ਹੀ ਲਿਆ ਸੀ। ਉਹ ਫਿਰ ਕਿੰਨੇ ਚ ਵੇਚਿਆ ਜੀ? ਉਹ 7.5 ਦਾ ਵੇਚ ਛੜਿਆ। ਇਹ ਕਿੰਨੇ ਦੇ ਲਿਆ? ਇਹ 10.5 ਦਾ। ਅੱਛਾ ਇਹ 10.5 ਲੱਖ ਦਾ ਲਿਆ। ਤੇ ਬਾਕੀ ਜੀ ਜੋ ਵੀ ਸੂਰਤ ਹਾਲ ਹੈ ਮੈਂ ਤਾਂ ਕਿਹਾ ਚਲੋ ਕੰਪਨੀਆਂ ਨੇ ਬਿਹਤਰੀ ਕਰ ਦਿੱਤੀ ਹੋਏਗੀ ਪਿਛਲੇ ਸਾਲ ਦੀ ਨਿਸਬਤ ਇਸ ਸਾਲ, ਲੇਕਿਨ ਭਾਈ ਉਹਨਾਂ ਦਾ ਕਹਿਣਾ ਕਿ ਕੁਛ ਬਿਹਤਰੀ ਹੋਈ ਆ ਲੇਕਿਨ ਕੁਛ ਦੇ ਵਿੱਚ ਅਜੇ ਵੀ ਕੰਮ ਕਰਨ ਦੀ ਜ਼ਰੂਰਤ ਹੈ ਵਾ। ਇੱਕ ਐਡਜਸਟ ਦੀ ਤੇ ਇੱਕ ਰੂਲੇ ਦੀ ਖਸੂਸਨ ਇਹ ਦੋ ਚੀਜ਼ਾਂ ਤੇ ਹੋ ਰਹੀ ਨਹੀਂ ਕਵਰ। ਪਿਛਲੇ ਸਾਲ ਵੀ ਨਹੀਂ ਯਾਰ ਕਵਰ ਨਹੀਂ ਹਾਲੇ ਕੰਮ ਕੀਤਾ ਉਹਨਾਂ ਨੇ ਪਰ ਕਵਰ ਨਹੀਂ ਹੋਈਆਂ। ਅੱਛਾ ਆ ਨਾਲ ਕਾਦੀਆਂ ਲਾਈਆਂ? ਇਹ ਵੀ ਅਗਰ ਬੰਦ ਕਰਨਾ ਚਾਹੋ ਤੇ ਬੰਦ ਕਰ ਸਕਦੇ ਹੋ। ਅੱਛਾ ਇਥੋਂ ਘੁੱਟ ਕੇ ਬੰਦ ਹੋ ਜਾ। ਆ ਨਾਲ ਲਾਈਆਂ ਜੀ ਉਹਨਾਂ ਨੇ ਬੰਦ ਬੁੰਦ ਹੋਣ ਵਾਸਤੇ, ਚੈੱਕ ਕਰਾਓ ਜੀ। ਬਾਕੀ ਇੱਕ ਵੀਲ ਉਹਨਾਂ ਨੇ ਥੋੜਾ ਛੋਟਾ ਲਾਇਆ। ਹਾਂ ਆਪਣੇ ਕੋਲੋਂ ਵੈਲਡਿੰਗ ਕਰਵਾ ਕੇ ਜਗਾੜ ਲਵਾਇਆ। ਅੱਛਾ ਜੀ ਆ ਵੀਲ ਛੋਟਾ ਲਾਇਆ ਆ ਵੱਡਾ ਕੀਤਾ ਹਾਂ ਥੋੜਾ ਜਿਹਾ। ਆ ਚੈੱਕ ਕਰੋ ਜੀ ਲੱਗਦਾ ਨਹੀਂ ਸੀ ਹੈਗਾ ਥੱਲੇ ਤੇ ਘੁੰਮ ਕੇ ਬੀਜ ਨਹੀਂ ਡਿੱਗਦਾ। ਇਹ ਵੀ ਕਮੀ ਰਹਿ ਗਈ ਉਹਨਾਂ ਦੇ ਕੋਲ। ਆ ਖੋਲਿਆ ਜੀ ਨਹੀਂ ਆ ਠੀਕ ਹੈ। ਇਹ ਵੀ ਥੋੜਾ ਨੀਵਾ ਕੀਤਾ ਵੈਸੇ। ਅੱਛਾ ਨੀਵਾ ਕੀਤਾ ਹੈ। ਹਾਂਜੀ ਅੱਛਾ ਇਹ ਜ਼ਿਆਦਾ ਲੰਬਾਈ ਕਰਨ ਦਾ ਕੀ ਮਕਸਦ ਬਣਿਆ? ਇਹ ਲੱਗਦਾ ਨਹੀਂ ਸੀ ਥੱਲੇ ਹੈਗਾ ਤੇ ਘੁੰਮਦਾ ਨਹੀਂ ਸੀ ਹੈਗਾ। ਇਹਦੀ ਐਡਜਸਟ ਉੱਤੋਂ ਮੁੱਕ ਜਾਂਦੀ ਸੀ ਥੱਲੇ ਲੱਗਦਾ ਨਹੀਂ ਸੀ। ਫਿਰ ਇਹਨੂੰ ਹਾਂ ਲੰਬਾ ਘੇਰਦਾ ਉੱਤੋਂ ਸਾਰਾ ਬੀਜ ਤੇ ਖਾਦ ਇਹਦਾ ਕੰਮ ਇਹਨਾਂ ਘੇਰਨੀ। ਅੱਛਾ ਇਹਦਾ ਹੀ ਕੰਮ ਆ ਇਹਨੇ ਘਮਾਉਣਾ ਵਿੱਚੋਂ ਨਿਕਲਣਾ। ਘੁੰਮੇਗਾ ਨਹੀਂ ਤੇ ਨਾ ਬੀਜ ਨਾ ਖਾਦ ਥੱਲੇ ਆਏਗੀ ਤੇ ਇਹ ਇਹਨਾਂ ਨੂੰ ਵੀ ਕੁਝ ਕਰਨਾ ਚਾਹੀਦਾ ਇਹਦੇ ਮੁਤਲਕ। ਹਾਂ ਤੇ ਆ ਇੱਧਰ ਹਾਫਿਜ਼ ਸਾਹਿਬ ਇੱਧਰ ਦਿਖਾਇਓ ਜਰਾ। ਇਹਦੇ ਨਾਲ ਕੋਈ ਸੇਫਟੀ ਨਹੀਂ ਲੱਗੀ? ਟਾਪਾ ਲੱਗਾ ਸੀ ਪਰ ਮਜ਼ਬੂਤੀ ਕੋਈ ਨਹੀਂ, ਟੁੱਟ ਗਿਆ ਇੱਥੋਂ। ਫਿਰ ਘਰ ਖੋਲ ਕੇ ਸੁੱਟ ਦਿੱਤਾ। ਜੇ ਟਾਪਾ ਤੋੜ ਵੈਲਡਿੰਗ ਵੀ ਇੱਕ ਦਫਾ ਕਰਾ ਲਿਆ ਨਹੀਂ ਖਲੋਤਾ ਫਿਰ ਘਰ ਰੱਖ ਦਿੱਤਾ। ਹਾਂ ਤੇ ਇਹ ਜੀ ਨਾਲ ਕਿੰਨੇ ਫਾੜੇ ਜੀ? ਇਹ 54 ਫਾੜਾ। 54 ਪਿਛਲੇ ਸਾਲ ਵੀ 54 ਸੀ? ਪਿਛਲੇ ਸਾਲ ਵੀ 54 ਸੀ। ਹਾਂ ਤੇ ਬਾਕੀ ਜੀ ਇਹ ਜੀ 54 ਫਾੜਾ ਹੈ ਤੇ ਬਾਕੀ ਟਰੈਕਟਰ ਇਹਨਾਂ ਕੋਲ ਟਰੈਕਟਰ ਕਿਹੜਾ ਮਾਡਲ ਜੀ? 21 ਮਾਡਲ। ਠੀਕ ਚੱਲ ਰਿਹਾ ਕੰਮ? ਜ਼ਬਰਦਸਤ ਚੱਲ ਰਿਹਾ। ਬਾਕੀ ਦੋਸਤੋ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਅਸੀਂ ਆਪਣੇ ਜ਼ਿਮੀਂਦਾਰਾਂ ਨੂੰ ਅਗਾਹੀ ਦਈਏ ਕਿ ਅੱਲਾ ਖੈਰ ਕਰੇ ਸੁਪਰ ਸੀਡਰ ਨਾਲ ਗੰਦਮ ਕਾਸ਼ਤ ਕਰੋ, ਨਾਲ ਤੇ ਮਾਹੌਲ ਦੀ ਲੂਦਗੀ ਤੋਂ ਵੀ ਬੱਚਤ ਹੋ ਜਾਂਦੀ, ਨਾਲ ਜਿਹੜਾ ਤੁਸੀਂ ਬਾਕੀ ਜਿਹੜੇ ਜ਼ਾਰ ਰੂਟਾਵੇਟਰ ਸਾਰਾ ਕੁਝ ਮਾਰਨਾ ਪੈਂਦਾ ਹਰ ਚੀਜ਼ ਖਤਮ ਹੋ ਜਾਂਦੀ ਤੇ ਉਹ ਇੱਕੋ ਹੀ ਤੁਸੀਂ ਫੇਰਾ ਲਵਾਓ ਅੱਲਾ ਖੈਰ ਕਰੇ ਤੇ ਬਜਾਈ ਕੰਪਲੀਟ ਹੋ ਜਾਏਗੀ। ਬਾਕੀ ਖਰਚਾ ਵਗੈਰਾ ਉਹ ਹੀ ਦੱਸ ਰਹੇ ਕਿ 8-9 ਹਜ਼ਾਰ ਰੁਪਇਆ ਫੀ ਏਕੜ ਦਾ ਸੀ। ਇਹਨਾਂ ਖਰਚਾ ਵੈਸੇ ਵੀ ਆਮ ਰੂਟੀਆਂ 2 ਡਿਸਕਾਂ ਲਾਣੀ, ਫਿਰ ਦੋਹਰਾ ਸੁਹਾਗਾ ਮਾਰਨਾ, ਫਿਰ ਉੱਤੇ ਬੀ ਖਿਲਾਰਨਾ, ਫਿਰ ਰੂਟਰ ਮਾਰਨਾ, ਫਿਰ ਉੱਤੇ ਸੁਹਾਗਾ ਮਾਰਨਾ। ਉਹ ਬੜੇ ਯਾਨੀ ਕਿ ਅਖਰਾਜਾਤ ਜ਼ਿਆਦਾ ਹੋ ਜਾਂਦੇ ਨੇ ਤੇ ਬੰਦੇ ਨਹੀਂ ਲੱਭਦੇ ਆ ਬੀਜ ਦਾ ਛੱਟਾ ਦੇਣਾ। ਉਹਨੂੰ ਲੱਖ ਸਮਝਾ ਲਈਏ ਕਿ ਯਾਰ ਬੀਜ ਦਾ ਛੱਟਾ ਅੱਛਾ ਦੇਣਾ, ਉਹ ਪੈਸੇ ਵੀ ਇਹਨੇ ਲੈ ਜਾਂਦੇ ਨੇ 1000 ਰੁਪਏ ਕਿੱਲੇ ਦਾ ਲੈ ਰਹੇ ਨੇ ਤੇ ਛੱਟਾ ਫਿਰ ਉਹੀ ਹਾਲ ਕਿਤੇ ਪੈ ਗਿਆ ਤੇ ਕਿਤੇ ਨਹੀਂ ਪਿਆ ਤੇ ਇਹਦਾ ਛੱਟਾ ਇੱਕੋ ਜਿਹਾ ਬਿਹਤਰੀਨ ਸਿਸਟਮ ਨਿਜ਼ਾਮ ਇਹਦਾ। ਹਾਂ ਬਾਕੀ ਜੀ ਜਦੀਦ ਦੌਰ ਅੱਲਾ ਖੈਰ ਕਰੇ ਅੱਛਾ ਇਕਦਾਮ ਹੈ ਹਕੂਮਤ ਪੰਜਾਬ ਦਾ ਵੀ ਕਿ ਉਹ ਪਾਕਿਸਤਾਨ ਦੇ ਵਿੱਚ ਇਹ ਮਸ਼ੀਨਰੀ ਲੈ ਕੇ ਆਏ ਨੇ ਤੇ ਜ਼ਿਮੀਂਦਾਰ ਵੀ ਇਹਨੂੰ ਬਹੁਤ ਜ਼ਿਆਦਾ ਅਪਣਾ ਰਹੇ ਨੇ। ਬਾਕੀ ਹੁਣ ਤੇ ਸਬਸਿਡੀਆਂ ਮਿਲ ਰਹੀਆਂ ਤਕਰੀਬਨ 70-65% ਹਕੂਮਤ ਪੰਜਾਬ ਦਿੰਦੀ ਹੈ ਤੇ 30% ਜਿਹੜਾ ਵਾ ਜ਼ਿਮੀਂਦਾਰ ਦਿੰਦਾ ਹੈ। ਯਾਨੀ ਕਿ 13 ਲੱਖ ਦਾ ਰੂਟਾਵੇਟਰ ਜਿਹਦੇ ਵਿੱਚ 5 ਲੱਖ ਮੇਰਾ ਖਿਆਲ ਜ਼ਿਮੀਂਦਾਰ ਦਿੰਦਾ, ਬਾਕੀ ਸਾਰਾ ਹਕੂਮਤ ਹੀ ਦਿੰਦੀ ਹੈ ਤੇ ਅੱਛਾ ਇਕਦਾਮ ਹੈ ਹਕੂਮਤ ਪੰਜਾਬ ਦਾ। ਬਾਕੀ ਦੋਸਤੋ ਅੱਜ ਦੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਰ ਦੇਣੀ ਹੈ ਤੇ ਅਗਰ ਸੁਪਰ ਸੀਡਰ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋਵੋ ਭਾਈ ਹੁਣ ਦਾ ਰਾਬਤਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਵਾ ਦਿੰਦੇ ਆ। ਅਗਰ ਕਿਸੇ ਨੇ ਸੁਪਰ ਸੀਡਰ ਕਰਵਾਉਣਾ ਹੈ ਭਾਈ ਕਿਹੜੇ ਇਲਾਕੇ ਜਾ ਕੇ ਤੁਸੀਂ ਆਪਣੀ ਸੁਪਰ ਸੀਡਰ ਆਪਣੇ ਏਰੀਆ ਤਕਰੀਬਨ ਸਾਰੇ ਜੀ ਫਿਰਨ ਨੇ ਮਰੀਦ ਤੋਂ ਲੈ ਕੇ ਨਾਰਵਾਲ ਤੱਕ। ਅੱਛਾ ਤੇ ਬਾਕੀ ਜੀ ਆਪਣਾ ਰਾਬਤਾ ਨੰਬਰ ਸ਼ੇਅਰ ਕਰ ਦਿਓ ਅਗਰ ਕੋਈ ਤੁਹਾਡੇ ਕੋਲ ਸੁਪਰ ਸੀਡਰ ਮਤਲਬ ਕੋਈ ਮਾਲੂਮਾਤ ਜਾਂ ਆਪਣੀ ਜ਼ਮੀਨ ਕਰਵਾਉਣਾ ਚਾਹੇ ਸੁਪਰ ਸੀਡਰ ਤੇ ਰਾਬਤਾ ਨੰਬਰ ਸ਼ੇਅਰ ਕਰਿਓ ਜੀ 034761847999। ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਓਕੇ।